बहुत ही प्यारे बच्चों, ਅੱਜ ਆਪਾਂ ਜੰਗਨਾਮਾ ਸ਼ਾਹ ਮੁਹੰਮਦ ਪੜ੍ਹਾਂਗੇ। ਠੀਕ ਹੈ ਨਾ। ਇਹ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਦੇ ਇਤਿਹਾਸ ਪੁਸਤਕ ਵਿੱਚ ਦਰਜ ਹੈ, ਜੋ ਕਿ ਸ਼ਾਹ ਮੁਹੰਮਦ ਜੀ ਦੁਆਰਾ ਲਿਖਿਆ ਹੋਇਆ ਹੈ। ਇਸ ਤੋਂ ਪਹਿਲਾਂ ਬੱਚਿਓ, ਮੈਂ ਤੁਹਾਨੂੰ ਸ਼ਾਹ ਮੁਹੰਮਦ ਜੀ ਬਾਰੇ ਕੁਝ ਗੱਲਾਂ ਸਾਂਝੀਆਂ ਕਰਾਂਗੀ ਤੁਹਾਡੇ ਨਾਲ। ਸ਼ਾਹ ਮੁਹੰਮਦ ਨੂੰ ਪੰਜਾਬੀ ਸਾਹਿਤ ਦਾ ਕੌਮੀ ਸ਼ਾਇਰ ਕਿਹਾ ਜਾਂਦਾ ਹੈ। ਆਪ ਦਾ ਜਨਮ ਵਡਾਲਾ ਵੀਰਮ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਦੀ ਕਾਵਿ ਰਚਨਾ ਅੰਗਰੇਜ਼ਾਂ ਅਤੇ ਸਿੰਘਾਂ ਦੀ ਲੜਾਈ, ਜੋ ਕਿ ਜੰਗਨਾਮਾ ਸ਼ਾਹ ਮੁਹੰਮਦ ਕਰਕੇ ਮਸ਼ਹੂਰ ਹੋਈ, ਇੱਕ ਉੱਚ ਦਰਜੇ ਦੀ ਰਚਨਾ ਹੈ। ਆਪ ਨੇ ਕਿੱਸਾ ਸੱਸੀ ਪੁੰਨੂ ਵੀ ਲਿਖਿਆ, ਜੋ ਕਿ ਬੈਂਤ ਛੰਦ ਵਿੱਚ ਹੈ। ਜੰਗਨਾਮਾ ਸ਼ਾਹ ਮੁਹੰਮਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਹੋਈ ਲਾਹੌਰ ਦਰਬਾਰ ਦੀ ਦਸ਼ਾ, ਸਿੱਖ ਆਗੂਆਂ ਦੀਆਂ ਗਦਾਰੀਆਂ ਅਤੇ ਤਾਕਤ ਹਥਿਆਉਣ ਲਈ ਆਪਸ ਵਿੱਚ ਹੋਈ ਲੜਾਈ, ਸਿੱਖ ਫੌਜ ਦੀਆਂ ਆਪ ਹੁਦਰੀਆਂ, ਅੰਗਰੇਜ਼ਾਂ ਅਤੇ ਸਿੰਘਾਂ ਦੀ ਲੜਾਈ ਦਾ ਨਿਰਪੱਖ ਅਤੇ ਸਹੀ ਚਿੱਤਰ ਪੇਸ਼ ਕੀਤਾ ਹੈ। ਆਪ ਨੇ ਇਸ ਦੁਖਾਂਤਕ ਸਮੇਂ ਦਾ ਇਤਿਹਾਸ ਬੜੇ ਹੀ ਸੰਜਮ ਤਰੀਕੇ ਨਾਲ ਬਿਆਨ ਕੀਤਾ ਹੈ। ਪ੍ਰਭਾਵ ਡੂੰਘੇਰਾ ਕਰਨ ਲਈ ਇਤਿਹਾਸਿਕ ਅਤੇ ਮਿਥਿਹਾਸਿਕ ਹਵਾਲੇ ਵੀ ਦਿੱਤੇ ਹਨ। ਆਪ ਨੇ ਇਹ ਜੰਗਨਾਮਾ ਬੈਂਤ ਛੰਦ ਵਿੱਚ ਲਿਖਿਆ ਹੈ। ਬੋਲੀ ਠੇਠ, ਸਰਲ ਅਤੇ ਸਾਦਾ ਹੈ। ਕਿਧਰੇ ਕਿਧਰੇ ਫਾਰਸੀ, ਉਰਦੂ ਅਤੇ ਅੰਗਰੇਜ਼ੀ ਦੇ ਸ਼ਬਦਾਂ ਦੀ ਵੀ ਵਰਤੋਂ ਕੀਤੀ ਗਈ ਹੈ। ਆਪ ਦੀ ਇਸ ਕਾਵਿ ਰਚਨਾ ਦਾ ਵਿਸ਼ੇਸ਼ ਗੁਣ ਆਪ ਦੀ ਵਿਸ਼ੇ ਨਾਲ ਅਪਣੱਤ, ਘਟਨਾਵਾਂ ਦਾ ਨਿਰਪੱਖ ਵੇਰਵਾ, ਸਿੰਘਾਂ ਦੀ ਚੜ੍ਹਦੀ ਕਲਾ ਅਤੇ ਬਹਾਦਰੀ ਲਈ ਸ਼ਰਧਾ ਭਾਵ ਅਤੇ ਉਹਨਾਂ ਦੀ ਬੇਸਮਝੀ ਉੱਪਰ ਵੀ ਇੱਕ ਵਿਅੰਗ ਕੀਤਾ ਹੈ। ਅਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਆਪਾਂ ਜੰਗਨਾਮਾ ਸ਼ਾਹ ਮੁਹੰਮਦ ਜੀ ਦਾ। ਅਤੇ ਪ੍ਰਸੰਗ ਕਿੱਦਾਂ ਲਿਖਾਂਗੇ ਬੱਚੋ, ਸਾਰੀਆਂ ਸਤਰਾਂ ਦੇ ਆਪਾਂ, ਕਿ ਇਹ ਕਾਵਿ ਟੋਟਾ ਜੰਗਨਾਮਾ ਸ਼ਾਹ ਮੁਹੰਮਦ ਵਿੱਚੋਂ ਲਿਆ ਗਿਆ ਹੈ ਅਤੇ ਇਹ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਹੈ। ਇਸ ਜੰਗਨਾਮੇ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਮਗਰੋਂ ਸਿੱਖ ਦਰਬਾਰ ਵਿੱਚ ਫੈਲੀ ਬੁਰਛਾਗਰਦੀ ਦੇ ਸਿੱਟੇ ਵਜੋਂ ਮਹਾਰਾਜਿਆਂ, ਰਾਜਕੁਮਾਰਾਂ, ਵਜ਼ੀਰਾਂ ਅਤੇ ਸਰਦਾਰਾਂ ਦੇ ਵਾਰੋ ਵਾਰੀ ਕਤਲ ਹੋਣ ਅਤੇ ਅੰਤ ਵਿੱਚ ਸਿੱਖਾਂ ਦੇ ਅੰਗਰੇਜ਼ਾਂ ਵਿਚਕਾਰ ਹੋਈ ਬਹੁਤ ਭਿਆਨਕ ਲੜਾਈ ਅਤੇ ਭਿੰਨ ਜਿਹੜੀਆਂ ਵੀ ਲੜਾਈਆਂ ਹੋਈਆਂ ਨੇ, ਜਿਸ ਵਿੱਚ ਸਿੱਖ ਫੌਜਾਂ ਬਹਾਦਰੀ ਨਾਲ ਲੜਨ ਦੇ ਬਾਵਜੂਦ ਸਰਦਾਰਾਂ ਦੀ ਗੱਦਾਰੀ ਕਾਰਨ ਹਾਰ ਜਾਂਦੀਆਂ ਹਨ ਅਤੇ ਲਾਹੌਰ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਂਦਾ ਹੈ। ਇਹਨਾਂ ਸਤਰਾਂ ਵਿੱਚ ਜੰਗਨਾਮੇ ਦੇ ਆਰੰਭ ਬਾਰੇ ਜ਼ਿਕਰ ਹੈ। ਇਹਨਾਂ ਵਿੱਚ ਕਵੀ ਨੇ ਰੱਬ ਦੀ ਉਸਤਤ ਕੀਤੀ ਹੈ ਅਤੇ ਉਸ ਨੂੰ ਕੁਦਰਤ ਦਾ ਸਿਰਜਣਹਾਰ, ਜਬਾਰ ਅਤੇ ਕਹਾਰ ਮੰਨਿਆ ਹੈ। ਠੀਕ ਹੈ ਬੱਚੋ, ਜਿੱਦਾਂ ਇਹਨਾਂ ਸਤਰਾਂ ਦੀ ਗੱਲ ਕੀਤੀ ਨਾ, ਵੀ ਜਿਹੜੀਆਂ ਵੀ ਸਤਰਾਂ ਆਉਣਗੀਆਂ ਤੁਸੀਂ ਇਸ ਤਰ੍ਹਾਂ ਹੀ ਉਹਨਾਂ ਦੀ ਵਿਆਖਿਆ ਅੰਤ ਦੇ ਵਿੱਚ ਪ੍ਰਸੰਗ ਦੇ ਲਿਖ ਦੇਣਾ, ਬਾਕੀ ਪ੍ਰਸੰਗ ਉਹੀ ਹੈ। ਅੱਵਲ ਹਮਦ ਜਨਾਬ ਅੱਲਾ ਦੀ ਨੂੰ, ਜਿਹੜਾ ਕੁਦਰਤੀ ਖੇਲ ਬਣਾਉਂਦਾ ਈ, 14 ਤਬਕਾਂ ਦਾ ਨਕਸ਼ੋ ਨਗਾਰ ਕਰਕੇ, ਰੰਗ ਰੰਗ ਦੇ ਬਾਗ ਲਗਾਉਂਦਾ ਈ। ਅੱਵਲ ਸਭ ਤੋਂ ਪਹਿਲਾਂ ਹੁੰਦਾ ਹੈ ਹਮਦ, ਰੱਬ ਦੀ ਉਸਤਤ, 14 ਤਬਕਾਂ, 7 ਆਕਾਸ਼ ਅਤੇ 7 ਪਤਾਲ, ਤੂਰ ਭਵਰ ਸਵਰ ਮਹਿਰ ਜਨ ਤਪ, 7 ਅਤਲ ਵਿਤਲ ਸੁਤਲ ਤਲਾਤਲ ਰਸਾਤਲ ਮਹਾਤਲ ਪਾਤਲ, ਇਹ 7 ਪਤਾਲ ਹੋ ਗਏ। ਉਹ ਪਹਿਲਾਂ 7 ਆਕਾਸ਼ ਸੀਗੇ ਜਨ ਤਪ 7 ਵਾਲੇ, ਅਤੇ ਫਿਰ ਉਸ ਤੋਂ ਬਾਅਦ ਇਹ ਪਤਾਲ ਨੇ। ਠੀਕ ਹੈ ਬੱਚੋ, ਅਤੇ ਇਹਨਾਂ ਦਾ ਜ਼ਿਕਰ ਆਇਆ 14 ਹੋ ਗਏ, 7 7 14। ਠੀਕ ਹੈ, ਅਤੇ ਆਪਾਂ ਦੇਖਦੇ ਹੁਣ ਵਿਆਖਿਆ। ਕਵੀ ਕਹਿੰਦਾ ਹੈ ਕਿ ਮੈਂ ਜੰਗਨਾਮੇ ਦੀ ਮੂਲ ਕਹਾਣੀ ਦਾ ਆਰੰਭ ਕਰਨ ਤੋਂ ਪਹਿਲਾਂ ਮਾਣਯੋਗ ਪਰਮਾਤਮਾ ਦੀ ਸਿਫਤ ਕਰਦਾ ਹਾਂ, ਜਿਹੜਾ ਕੁਦਰਤ ਦੀ ਸਾਰੀ ਖੇਡ ਰਚਾਉਂਦਾ ਹੈ ਅਤੇ 14 ਤਬਕਾਂ ਦੀ ਸਿਰਜਣਾ ਕਰਕੇ ਉਹਨਾਂ ਉੱਪਰ ਕੁਦਰਤੀ ਸੁੰਦਰਤਾ ਨਾਲ ਭਰੇ ਤਰ੍ਹਾਂ ਤਰ੍ਹਾਂ ਦੇ ਬਾਗ ਲਾਉਂਦਾ ਹੈ। ਸਫਾਂ ਪਿਛਲੀਆਂ ਸਭ ਲਪੇਟ ਲੈਂਦਾ, ਅੱਗੋਂ ਹੋਰ ਦੀ ਹੋਰ ਵਿਛਾਵਦਾ ਈ। ਸ਼ਾਹ ਮੁਹੰਮਦਾ ਉਸ ਤੋਂ ਸਦਾ ਡਰੀਏ, ਬਾਦਸ਼ਾਹਾਂ ਤੋਂ ਭੀਖ ਮੰਗਾਵਦਾ ਈ। ਨਕਸ਼ੋ ਨਗਾਰ ਰਚਨਾ ਕਰਕੇ, ਸਫਾ ਕਤਾਰਾਂ, ਅਤੇ ਅੱਗੇ ਉਹ ਕਹਿੰਦੇ ਨੇ ਵੀ ਪਿਛਲੀਆਂ ਸਫਾ ਨੂੰ ਲਪੇਟ ਲੈਂਦਾ ਹੈ ਅਤੇ ਅੱਗੋਂ ਨਵੀਆਂ ਉਹ ਵਿਛਾ ਦਿੰਦਾ ਹੈ, ਮਤਲਬ ਰੱਬ, ਭਾਵ ਜਿਹੜੇ ਜੀਵ ਪਹਿਲਾਂ ਇਸ ਧਰਤੀ 'ਤੇ ਭੇਜੇ ਹਨ ਉਹਨਾਂ ਨੂੰ ਵਾਪਸ ਬੁਲਾ ਲੈਂਦਾ ਹੈ ਅਤੇ ਅੱਗੋਂ ਨਵੇਂ ਜੀਵ ਭੇਜ ਦਿੰਦਾ ਹੈ। ਕਵੀ ਕਹਿੰਦਾ ਹੈ ਕਿ ਉਹ ਰੱਬ ਦੀ ਸ਼ਕਤੀਸ਼ਾਲੀ ਜਬਾਰ ਅਤੇ ਕਹਾਰ ਨੂੰ
ਸਾਨੂੰ ਹਮੇਸ਼ਾ ਡਰਨਾ ਚਾਹੀਦਾ ਹੈ, ਠੀਕ ਹੈ ਨਾ। ਰੱਬ ਤੋਂ ਡਰਨਾ ਚਾਹੀਦਾ ਹੈ, ਮਾੜੇ ਕੰਮ ਨਹੀਂ ਕਰਨੇ ਚਾਹੀਦੇ, ਠੀਕ ਹੈ। ਫਿਰ ਇਸ ਤੋਂ ਬਾਅਦ ਆ ਗਿਆ, ਇੱਥੇ ਆਇਆਂ ਨੂੰ ਦੁਨੀਆ ਮੋਹ ਲੈਂਦੀ, ਦਗੇਬਾਜ਼ ਦਾ ਧਾਰ ਕੇ ਭੇਸ ਮੀਆਂ, ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ, ਸਦਾ ਨਹੀਂ ਜੇ ਬਾਲ ਵਰੇਸ ਮੀਆਂ, ਸਦਾ ਨਹੀਂ ਦੌਲਤਾਂ ਫੀਲ ਘੋੜੇ। ਬਹੁਤ ਸੁੰਦਰ ਲਿਖਿਆ ਹੋਇਆ ਬੱਚੇ, ਬਹੁਤ ਜ਼ਿਆਦਾ। ਤੇ ਸਦਾ ਨਹੀਂ ਜੇ ਰਾਜਿਆਂ ਦੇਸ ਮੀਆਂ, ਸ਼ਾਹ ਮੁਹੰਮਦਾ ਸਦਾ ਨਾ ਰੂਪ ਦੁਨੀਆ, ਸਦਾ ਰਹਿਣ ਨਾ ਕਾਲੜੇ ਕੇਸ ਮੀਆਂ। ਬੱਚੋ ਇਹਨੂੰ ਨਾ ਲੋਕ ਆਮ ਹੀ ਗਾਉਂਦੇ ਨੇ, ਜਿਹੜੇ ਪਹਿਲਾਂ, ਹੁਣ ਤਾਂ ਚਲੋ ਸਮਾਂ ਬਦਲ ਚੁੱਕਾ, ਹੁਣ ਤਾਂ ਪੰਜਾਬੀ ਇਤਿਹਾਸ ਨੂੰ ਆਪਾਂ ਉਂਝ ਹੀ ਭੁੱਲਦੇ ਜਾ ਰਹੇ ਹਾਂ। ਜੋ ਬਜ਼ੁਰਗ ਹੁੰਦੇ ਸਨ ਨਾ, ਜਿਵੇਂ ਸਾਡੇ ਵੱਡੇ ਵਡੇਰੇ, ਇਹ ਆਮ ਹੀ ਗਾਉਂਦੇ ਹੁੰਦੇ ਸਨ ਘਰਾਂ ਦੇ ਵਿੱਚ ਬੈਠੇ, ਜਦੋਂ ਵਿਹਲੇ ਹੁੰਦੇ ਸੀ ਤਾਂ ਉਹਨਾਂ ਨੇ ਇਹ ਗਾਉਣਾ ਸ਼ੁਰੂ ਕਰ ਦੇਣਾ। ਅਤੇ ਸ਼ਾਹ ਮੁਹੰਮਦ ਤਾਂ ਵੈਸੇ ਬਹੁਤ ਲੋਕਪ੍ਰਿਯ ਹੈ, ਮਤਲਬ ਉਸ ਸਮੇਂ ਸਾਰੇ ਲੋਕਾਂ ਦਾ ਇੰਨਾ ਸੋਹਣਾ ਗਾਇਆ ਜਾਂਦਾ ਨਾ ਇਸ ਨੂੰ, ਅਤੇ ਆਮ ਬਜ਼ੁਰਗ ਗਾਉਂਦੇ ਹੁੰਦੇ ਸੀ ਪਹਿਲਾਂ। ਤਾਂ ਫਿਰ ਉਹ ਕੀ ਕਹਿੰਦੇ ਨੇ, ਇਹ ਸਮਝਾਉਣ ਵਾਲੀ ਉਹ ਗੱਲ ਕੀਤੀ ਹੈ ਵੀ ਬਚਪਨ, ਬਾਲ ਵਰੇਸ ਕੀ ਹੁੰਦਾ, ਬਚਪਨ ਦੀ ਉਮਰ, ਫੀਲ ਹਾਥੀ ਨੂੰ ਕਿਹਾ ਜਾਂਦਾ ਹੈ ਨਾ। ਕਵੀ ਲਿਖਦਾ ਹੈ ਕਿ ਸੰਸਾਰ ਵਿੱਚ ਆਏ ਹਰ ਇੱਕ ਆਦਮੀ ਨੂੰ ਦੁਨੀਆ ਧੋਖੇਬਾਜ਼ ਦਾ ਭੇਸ ਧਾਰ ਕੇ ਮੋਹ ਲੈਂਦੀ ਹੈ। ਇਸ ਦੁਨੀਆ ਵਿੱਚ ਮਨੁੱਖ ਉੱਪਰ ਜਵਾਨੀ ਹਮੇਸ਼ਾ ਨਹੀਂ ਰਹਿੰਦੀ, ਨਾ ਹੀ ਬੱਚਿਆਂ ਨੂੰ ਆਪਣੇ ਮਾਪਿਆਂ ਤੋਂ ਮਿਲਣ ਵਾਲੀ ਐਸ਼ ਹਮੇਸ਼ਾ ਰਹਿੰਦੀ ਹੈ, ਅਤੇ ਨਾ ਹੀ ਜੋ ਮਨੁੱਖ ਬਚਪਨ ਦੀ ਉਮਰ ਹਮੇਸ਼ਾ ਭੋਗਦਾ ਹੈ। ਅਮੀਰ ਆਦਮੀ ਕੋਲ ਦੌਲਤਾਂ, ਹਾਥੀ ਅਤੇ ਘੋੜੇ ਸਦਾ ਨਹੀਂ ਰਹਿੰਦੇ, ਅਤੇ ਰਾਜਿਆਂ ਕੋਲ ਦੇਸ਼ ਸਦਾ ਨਹੀਂ ਰਹਿੰਦੇ। ਭਾਵ ਅਮੀਰ ਆਦਮੀ ਕਦੇ ਨਾ ਕਦੇ ਗਰੀਬ ਹੋ ਜਾਂਦਾ ਹੈ। ਰਾਜੇ ਦੇ ਹੱਥੋਂ ਇੱਕ ਨਾ ਇੱਕ ਦਿਨ ਉਸਦਾ ਦੇਸ਼, ਰਾਜ ਜਿਹੜਾ ਹਮੇਸ਼ਾ ਖੁੱਸ ਜਾਂਦਾ ਹੈ। ਕਵੀ ਕਹਿੰਦਾ ਹੈ ਕਿ ਦੁਨੀਆ 'ਤੇ ਰਹਿਣ ਵਾਲੇ ਮਨੁੱਖ ਦਾ ਰੂਪ ਸਦਾ ਸੁੰਦਰ ਨਹੀਂ ਰਹਿੰਦਾ, ਅਤੇ ਨਾ ਹੀ ਉਸਦੇ ਕਾਲੇ ਕੇਸ਼ ਭਾਵ ਜਵਾਨੀ ਰਹਿੰਦੀ ਹੈ। ਅਤੇ ਇਹ ਸਾਰੀ ਉਹਨਾਂ ਨੇ ਦੁਨੀਆ ਦੀ ਨਾਸ਼ਮਾਨਤਾ ਨੂੰ ਲੈ ਕੇ ਸਤਰਾਂ ਨੂੰ ਕਿਹਾ ਹੈ, ਠੀਕ ਹੈ ਨਾ, ਸਤਰਾਂ ਨੂੰ ਬਿਆਨਿਆ ਹੈ, ਲਿਖਿਆ ਹੈ। ਫਿਰ ਉਸ ਤੋਂ ਬਾਅਦ ਆ ਗਿਆ, ਇੱਕ ਰੋਜ਼ ਵਡਾਲੇ ਦੇ ਵਿੱਚ ਬੈਠੇ, ਚੱਲੀ ਆਣ ਅੰਗਰੇਜ਼ ਦੀ ਬਾਤ ਆਈ, ਸਾਨੂੰ ਆਖਿਆ ਹੀਰੇ ਤੇ ਨੂਰ ਖਾਂ ਨੇ, ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਈ। ਅਤੇ ਵਡਾਲਾ ਵੀਰਮ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕਵੀ ਦਾ ਪਿੰਡ। ਮੁਲਾਕਾਤ, ਮੇਲ ਜੋਲ। ਕਵੀ ਕਹਿੰਦਾ ਹੈ ਕਿ ਇੱਕ ਦਿਨ ਮੈਂ ਆਪਣੇ ਪਿੰਡ ਵਡਾਲੇ ਵਿੱਚ ਆਪਣੇ ਮਿੱਤਰਾਂ ਵਿੱਚ ਬੈਠਾ ਸਾਂ ਕਿ ਅੰਗਰੇਜ਼ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਮੈਨੂੰ ਮੇਰੇ ਨਾਲ ਬਹੁਤ ਜਿਹੜੇ ਬਹਿਣ ਉੱਠਣ ਵਾਲੇ ਜਿਹੜੇ ਦੋਸਤ ਸਨ, ਹੀਰੇ ਤੇ ਨੂਰ ਖਾਂ ਨੇ ਕਿਹਾ ਕਿ ਉਹ ਉਹਨਾਂ ਨੂੰ ਅੰਗਰੇਜ਼ਾਂ ਦੇ ਪੰਜਾਬ ਉੱਪਰ ਕਬਜ਼ੇ ਦੀ ਗੱਲ ਖੋਲ੍ਹ ਕੇ ਸੁਣਾਵੇ। ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰ ਦੋਹਾਂ ਦੇ ਉੱਤੇ ਆਫਤ ਆਈ, ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ, ਕਦੇ ਨਹੀਂ ਸੀ ਤੀਸਰੀ ਜ਼ਾਤ ਆਈ। ਅਤੇ ਉਹ ਕਹਿੰਦੇ ਨੇ ਵੀ ਜਿਹੜੇ ਹਿੰਦੂ ਮੁਸਲਮਾਨ ਸੀ, ਦੋਹਾਂ ਦੇ ਸਿਰ 'ਤੇ ਆਫਤ ਆ ਗਈ ਸੀ, ਠੀਕ ਹੈ। ਦੋਨੋਂ ਬੜੇ ਵਧੀਆ ਮਿਲ ਕੇ ਰਹਿੰਦੇ ਸਨ, ਪਰ ਅੰਗਰੇਜ਼ਾਂ ਤੋਂ ਪਹਿਲਾਂ ਪੰਜਾਬ ਵਿੱਚ ਕਦੇ ਕੋਈ ਤੀਸਰੀ ਜ਼ਾਤ ਨਹੀਂ ਸੀ ਆਈ, ਇਕੱਲੇ ਹਿੰਦੂ ਮੁਸਲਮਾਨ ਹੀ ਸੀ। ਇਹ ਜੱਗ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ, ਸ਼ਦਾਦ ਨਮਰੂਦ ਫਿਰਊਨ ਜਿਹੇ, ਦਾਵਾ ਬੰਨ ਖੁਦਾਏ ਕਹਾਏ ਗਏ, ਅਕਬਰ ਸ਼ਾਹ ਜਿਹੇ ਵਿੱਚ ਦਿੱਲੀ ਦੇ ਜੀ, ਫੇਰੀ ਵਾਂਗ ਵਣਜਾਰਿਆਂ ਪਾਏ ਗਏ। ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਏ ਗਏ। ਇਹ ਵੀ ਬਹੁਤ ਸੋਹਣੀ ਗੱਲ ਕਹੀ ਹੈ ਉਹਨਾਂ ਨੇ, ਵੀ ਜਿਹੜੀ ਇਹ ਦੁਨੀਆ, ਇਹ ਨਾਸ਼ਮਾਨ ਹੈ, ਇਹ ਲਗਾਤਾਰ ਚੱਲਦੀ ਰਹਿੰਦੀ ਹੈ। ਸਰਾਏ ਕੀ ਹੁੰਦਾ ਬੱਚੋ, ਸਰਾਂ ਨੂੰ ਕਿਹਾ ਜਾਂਦਾ। ਸ਼ਦਾਦ, ਨਮਰੂਦ, ਫਿਰੌਨ, ਖੁਦਾਈ ਦਾ ਦਾਅਵਾ ਕਰਨ ਵਾਲੇ ਹੰਕਾਰੀ ਬਾਦਸ਼ਾਹ, ਵਣਜਾਰੇ ਵਪਾਰੀਆਂ ਦੀ ਤਰ੍ਹਾਂ ਨਾ, ਜਿਹੜੇ ਸਮਾਨ ਵੇਚਦੇ ਨੇ। ਕਵੀ ਲਿਖਦਾ ਹੈ ਕਿ ਸੰਸਾਰ ਮੁਸਾਫਰਾਂ ਦੀ ਸਰਾਂ ਵਾਂਗ ਹੈ, ਜਿੱਥੇ ਉਹ ਘੜੀ ਪਲ ਆਰਾਮ ਕਰਨ ਆਉਂਦੇ ਹਨ ਅਤੇ ਚਲੇ ਜਾਂਦੇ ਹਨ। ਭਾਵ ਮਨੁੱਖ ਦਾ ਜੀਵਨ ਛਿਣ ਭੰਗਰ ਹੈ, ਉਸ ਨੂੰ ਮੌਤ ਨੇ ਜ਼ਰੂਰ ਦਬੋਚ ਲੈਣਾ ਹੈ। ਇੱਥੇ ਵੱਡੇ ਵੱਡੇ ਤਾਕਤਵਰ ਆਏ, ਪਰ ਉਹ ਵੀ ਥੋੜ੍ਹਾ ਚਿਰ ਲਾ ਕੇ ਚਲੇ ਗਏ। ਇੱਥੇ ਖੁਦਾਈ ਦਾ ਦਾਅਵਾ ਕਰਨ ਵਾਲੇ ਸ਼ਦਾਦ, ਨਮਰੂਦ ਅਤੇ ਫਿਰੌਨ ਜਿਹੇ ਬਾਦਸ਼ਾਹ ਵੀ ਆਏ, ਪਰ ਉਹ ਵੀ ਇੱਥੇ ਹਮੇਸ਼ਾ ਨਾ ਰਹਿ ਸਕੇ ਅਤੇ ਅੰਤ ਮੌਤ ਦੇ ਮੂੰਹ ਵਿੱਚ ਜਾ ਪਏ। ਅਕਬਰ ਬਾਦਸ਼ਾਹ ਵਰਗਿਆਂ ਨੇ ਦਿੱਲੀ ਵਿੱਚ ਬੈਠ ਕੇ ਆਪਣੀ ਜੋ ਸ਼ਕਤੀਸ਼ਾਲੀ ਤਾਕਤ ਸੀ ਉਸ ਨੂੰ ਚਾਰੇ ਪਾਸੇ ਫੈਲਾਇਆ ਸੀ, ਰਾਜ ਕੀਤਾ, ਪਰ ਉਹ ਵੀ ਇਸ ਧਰਤੀ 'ਤੇ ਵਣਜਾਰਿਆਂ ਵਾਂਗ ਫੇਰੀ ਪਾਉਣ ਆਏ ਅਤੇ ਚਲੇ ਗਏ। ਕਵੀ ਆਖਦਾ ਹੈ ਕਿ ਸੰਸਾਰ ਉੱਪਰ ਇੱਕ ਸੱਚਾ ਰੱਬ ਹੀ ਅਟਲ ਅਤੇ ਅਮਰ ਰਹੇਗਾ, ਬਾਕੀ ਸਭ ਕੁਝ ਨਾਸ਼ਵਾਨ ਹੈ, ਠੀਕ ਹੈ। ਅਤੇ ਬਹੁਤ ਸਾਰੇ ਹੰਕਾਰੀ ਜਿਹੜੇ ਬਾਦਸ਼ਾਹ ਸੀ, ਕੂੜ ਦੇ ਵਾਜੇ ਵਜਾਉਂਦੇ, ਝੂਠ ਮਤਲਬ, ਕੂੜ ਦਾ ਮਤਲਬ ਹੁੰਦਾ ਝੂਠ ਦੇ ਵਾਜੇ ਵਜਾਉਂਦੇ ਚਲੇ ਗਏ,
ਤੇ ਫੋਕੇ ਦਾਅਵੇ ਕਰਦੇ ਉਹ ਲੱਤ ਗਏ, ਮਤਲਬ ਇੱਥੋਂ ਚਲੇ ਗਏ। ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਮੁਲਤਾਨ ਕਸ਼ਮੀਰ ਪਸ਼ੌਰ ਚੰਬਾ, ਜੰਮੂ ਕਾਂਗੜਾ ਕੋਟ ਨਿਭਾਏ ਗਿਆ। ਹੋਰ ਦੇਸ਼ ਲਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਏ ਗਿਆ। ਸ਼ਾਹ ਮੁਹੰਮਦਾ ਜਾਣ 50 ਬਰਸਾਂ, ਅੱਛਾ ਰੱਜ ਕੇ ਰਾਜ ਕਮਾਈ ਗਿਆ। ਉਹ ਕੀ ਕਹਿੰਦੇ ਨੇ, ਕੋਟ ਕਿਲੇ ਵੱਡੇ ਵੱਡੇ ਕਿਲਿਆਂ ਨੂੰ ਕਿਹਾ ਜਾਂਦਾ ਕੋਟ। ਫਿਰ ਉਹ ਅੱਗੇ ਲਿਖਦੇ ਨੇ ਕਿ ਮਹਾਬਲੀ ਰਣਜੀਤ ਸਿੰਘ ਅਜਿਹਾ ਸੂਰਮਾ ਪੈਦਾ ਹੋਇਆ ਸੀ, ਉਸਨੇ ਆਪਣੀ ਤਾਕਤ ਨਾਲ ਸਾਰਾ ਮੁਲਕ ਹਿਲਾ ਕੇ ਰੱਖ ਦਿੱਤਾ ਸੀ। ਉਸਨੇ ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ, ਜੰਮੂ ਤੇ ਕਾਂਗੜੇ ਆਦਿ ਥਾਵਾਂ ਦੇ ਸਭ ਕਿਲਿਆਂ ਨੂੰ ਜਿੱਤ ਲਿਆ। ਉਸਦੇ ਰਾਜ ਦੀਆਂ ਹੱਦਾਂ ਚੀਨ, ਲਦਾਖ ਤੇ ਹੋਰ ਦੇਸ਼ਾਂ ਤੱਕ ਫੈਲੀਆਂ ਹੋਈਆਂ ਸਨ। ਕਵੀ ਲਿਖਦਾ ਹੈ ਕਿ ਇਸ ਤਰ੍ਹਾਂ ਉਸਨੇ 50 ਸਾਲ ਬਹੁਤ ਸੋਹਣਾ ਰੱਜ ਕੇ ਰਾਜ ਕੀਤਾ। ਜਦੋਂ ਹੋਏ ਸਰਕਾਰ ਦੇ ਸਾਸ ਪੂਰੇ, ਜਮ੍ਹਾਂ ਹੋਈ ਨਹੀਂ ਸਭ ਸਰਦਾਰ ਮੀਆਂ। ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ, ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ। ਖੜਕ ਸਿੰਘ ਮਹਾਰਾਜ ਨੇ ਢਾਹ ਮਾਰੀ, ਮੋਇਆ ਮੁੱਢ ਕਦੀਮ ਦਾ ਯਾਰ ਮੀਆਂ। ਸ਼ਾਹ ਮੁਹੰਮਦਾ ਅਸਾਂ ਵੀ ਨਾਲ ਮਰਨਾ, ਸਾਡਾ ਇਹੋ ਸੀ ਕੌਲ ਕਰਾਰ ਮੀਆਂ। ਬੱਚੋ ਬਹੁਤ ਵਧੀਆ ਲਿਖਿਆ ਇਹਨਾਂ ਨੇ। ਅਤੇ ਪਹਿਲਾਂ ਇੱਕ ਆਪਾਂ ਪੜ੍ਹਿਆ ਹੈ ਜੰਗਨਾਮਾ ਸਿੰਘਾਂ ਅਤੇ ਫਰੰਗੀਆਂ ਦਾ, ਉਹਦੇ ਵਿੱਚ ਵੀ ਕਿਹਾ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਠੀਕ ਹੈ, ਸਰਕਾਰ ਇਹ ਕਿਹਨਾਂ ਨੂੰ ਕਹਿੰਦੇ ਨੇ, ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਨੇ। ਠੀਕ ਹੈ, ਤਾਂ ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੋ ਗਈ ਸੀ ਤਾਂ ਸਾਰੇ ਸਰਦਾਰ ਇਕੱਠੇ ਹੋਏ। ਮਹਾਰਾਜ ਸਾਹਿਬ ਦੇ ਉੱਤਰਾਧਿਕਾਰੀ ਮਹਾਰਾਜਾ ਖੜਕ ਸਿੰਘ ਦੇ ਮਿੱਤਰ ਚੇਤ ਸਿੰਘ ਨੂੰ ਕੰਵਰ ਨੌਨਿਹਾਲ ਨੇ ਮਾਰ ਦਿੱਤਾ। ਇਸ ਤੋਂ ਪਿੱਛੋਂ ਲਾਹੌਰ ਦਰਬਾਰ ਵਿੱਚ ਤਲਵਾਰ ਚੱਲਣੀ ਆਰੰਭ ਹੋ ਗਈ। ਮਹਾਰਾਜਾ ਖੜਕ ਸਿੰਘ ਨੇ ਇਹ ਜ਼ੁਲਮ ਹੋਇਆ ਵੇਖ ਕੇ ਢਾਹ ਮਾਰੀ, ਕਿਉਂਕਿ ਉਸ ਦਾ ਪੁਰਾਣਾ ਯਾਰ ਮਾਰਿਆ ਗਿਆ ਸੀ, ਮਤਲਬ ਧਾਹਾਂ ਮਾਰੀਆਂ। ਕਵੀ ਆਖਦਾ ਹੈ ਕਿ ਮਹਾਰਾਜ ਖੜਕ ਸਿੰਘ ਦਾ ਦਿਲ ਕਹਿ ਰਿਹਾ ਸੀ ਕਿ ਮੇਰਾ ਆਪਣੇ ਮਿੱਤਰ ਨਾਲ ਇਕਰਾਰ ਸੀ ਕਿ ਮੈਂ ਵੀ ਉਸ ਦੇ ਨਾਲ ਹੀ ਮਰਨਾ ਹੈ, ਇਸ ਕਰਕੇ ਹੁਣ ਮੈਂ ਵੀ ਮਰ ਜਾਣਾ ਹੈ। ਮੇਰੇ ਬੈਠਿਆਂ ਇਹਨਾਂ ਨੇ ਖੂਨ ਕੀਤਾ, ਇਹ ਤਾਂ ਗਰਕ ਜਾਵੇ ਦਰਬਾਰ ਮੀਆਂ। ਪਿੱਛੇ ਸਾਡੇ ਵੀ ਕੌਰ ਨਾ ਰਾਜ ਕਰਸੀ, ਅਸੀਂ ਮਾਰਾਂਗੇ ਇਸ ਨੂੰ ਮਾਰ ਮੀਆਂ। ਨਾ ਹੱਕ ਦਾ ਇਹਨਾਂ ਨੇ ਖੂਨ ਕੀਤਾ, ਇਹ ਤਾਂ ਮਰਨਗੇ ਸਭ ਸਰਦਾਰ ਮੀਆਂ। ਸ਼ਾਹ ਮੁਹੰਮਦਾ ਹੋਈ ਹੁਣ ਮੌਤ ਸਸਤੀ, ਖਾਲੀ ਨਹੀਂ ਜਾਣਾ ਇੱਕ ਵਾਰ ਮੀਆਂ। ਫਿਰ ਉਸ ਤੋਂ ਬਾਅਦ ਨਾ ਹੱਕ ਕੀ ਹੁੰਦਾ, ਬੇਕਸੂਰ। ਮਹਾਰਾਜਾ ਖੜਕ ਸਿੰਘ ਨੇ ਕਿਹਾ ਕਿ ਇਹਨਾਂ ਸਰਦਾਰਾਂ ਨੇ ਮੇਰੇ ਬੈਠਿਆਂ ਮੇਰੇ ਮਿੱਤਰ ਚੇਤ ਸਿੰਘ ਦਾ ਖੂਨ ਕਰ ਦਿੱਤਾ। ਅਤੇ ਉੱਤਰਾਧਿਕਾਰੀ ਸਨ ਬੱਚੋ ਖੜਕ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦੇ। ਠੀਕ ਹੈ, ਮੈਂ ਚਾਹੁੰਦਾ ਹਾਂ ਕਿ ਇਹੋ ਜਿਹੇ ਸਰਦਾਰਾਂ ਦਾ ਦਰਬਾਰ ਵਿੱਚ ਗਰਕ ਹੋ ਜਾਵੇ। ਕੰਵਰ ਨੌਨਿਹਾਲ ਸਿੰਘ ਨੇ ਮੇਰੇ ਮਰਨ ਪਿੱਛੋਂ ਰਾਜ ਨਹੀਂ, ਮਤਲਬ ਕਹਿੰਦੇ ਨੇ ਕੰਵਰ ਨੌਨਿਹਾਲ ਮੇਰੇ ਮਰਨ ਪਿੱਛੋਂ ਰਾਜ ਨਹੀਂ ਕਰ ਸਕਦਾ, ਮੈਂ ਇਸ ਨੂੰ ਮਾਰ ਕੇ ਆਪ ਮਰ ਜਾਣਾ ਹੈ। ਇਹਨਾਂ ਸਰਦਾਰਾਂ ਨੇ ਨਾ ਹੱਕ ਦਾ ਖੂਨ ਕੀਤਾ ਹੈ, ਅਜਿਹੀਆਂ ਕਰਤੂਤਾਂ ਕਰਕੇ ਇਹ ਆਪੋ ਵਿੱਚ ਲੜ ਕੇ ਮਰ ਜਾਣਗੇ। ਕਵੀ ਆਖਦਾ ਹੈ ਕਿ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਪਿੱਛੋਂ ਸ਼ੁਰੂ ਤੋਂ ਹੀ ਤਲਵਾਰ ਚੱਲਣੀ ਸ਼ੁਰੂ ਹੋ ਗਈ ਸੀ ਅਤੇ ਮੌਤ ਸਸਤੀ ਮਿਲ ਰਹੀ ਹੈ। ਇਸ ਕਰਕੇ ਹੁਣ ਕੋਈ ਦਿਨ ਅਜਿਹਾ ਨਹੀਂ ਲੰਘਦਾ ਜਿੱਥੇ ਕੋਈ ਕਤਲ ਨਾ ਹੋਵੇ। ਸਾਰਾ ਮਾਹੌਲ ਹੀ ਖਰਾਬ ਹੋ ਗਿਆ ਸੀ ਬੱਚੋ। ਖੜਕ ਸਿੰਘ ਮਹਾਰਾਜ ਹੋਇਆ ਬਹੁਤ ਮੰਦਾ, ਬਰਸ ਇੱਕ ਪਿੱਛੋਂ ਵਸ ਕਾਲ ਹੋਇਆ। ਆਈ ਮੌਤ ਨਾ ਅਟਕਿਆ ਇੱਕ ਘੜੀ, ਚੇਤ ਸਿੰਘ ਦੇ ਗਮ ਦੇ ਨਾਲ ਮੋਇਆ। ਕੌਰ ਸਾਹਿਬ ਸਾਹਿਜ਼ਾਦੇ ਦੀ ਗੱਲ ਸੁਣ ਕੇ ਜ਼ਰਾ ਦਰਦ ਦੇ ਨਾਲ ਨਾ ਮੂਲ ਰੋਇਆ। ਸ਼ਾਹ ਮੁਹੰਮਦਾ ਕਈਆਂ ਦੇ ਮਾਰਨੇ ਨੂੰ, ਵਿੱਚ ਕੌਂਸਲੇ ਕੌਰ ਨੂੰ ਹੁਕਮ ਹੋਇਆ। ਚੇਤ ਸਿੰਘ ਦੇ ਮਾਰੇ ਜਾਣ ਤੋਂ ਮਗਰੋਂ ਮਹਾਰਾਜਾ ਖੜਕ ਸਿੰਘ ਮਾਨਸਿਕ ਪੀੜਾ ਨਾਲ ਬਹੁਤ ਦੁਖੀ ਹੋਇਆ ਅਤੇ ਇਸ ਦੁੱਖ ਵਿੱਚ ਹੀ ਉਹ 1 ਸਾਲ ਪਿੱਛੋਂ ਮਰ ਗਿਆ। ਜਦੋਂ ਉਸ ਨੂੰ ਮੌਤ ਆਈ ਤਾਂ 1 ਮਿੰਟ ਵੀ ਨਾ ਅਟਕ ਸਕਿਆ ਅਤੇ ਇਸ ਤਰ੍ਹਾਂ ਚੇਤ ਸਿੰਘ ਦੇ ਗਮ ਨਾਲ ਉਹ ਮਰ ਗਿਆ। ਕੰਵਰ ਨੌਨਿਹਾਲ ਸਿੰਘ ਨੂੰ ਮਹਾਰਾਜੇ ਦੇ ਚਲਾਣੇ ਦੀ ਖਬਰ ਦਾ ਕੋਈ ਦੁੱਖ ਨਾ ਹੋਇਆ ਅਤੇ ਉਹ ਬਿਲਕੁਲ ਨਾ ਰੋਇਆ। ਕਵੀ ਆਖਦਾ ਹੈ ਕਿ ਕੰਵਰ ਨੂੰ ਤਾਂ ਇਹ ਸੋਚਣ ਦਾ ਰੱਬੀ ਹੁਕਮ ਜਾਪਦਾ ਸੀ ਕਿ ਮਹਾਰਾਜੇ ਦੇ ਮਰਨ ਮਗਰੋਂ ਸਰਦਾਰਾਂ ਦੀ ਕੌਂਸਲ ਵਿੱਚ ਕਿਸ ਕਿਸ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਹੈ ਅਤੇ ਕਿਸ ਕਿਸ ਨੂੰ ਮਾਰਨਾ ਹੈ। ਉਸ ਤੋਂ ਬਾਅਦ 8 ਪਹਿਰ ਲੁਕਾਏ ਕੇ ਰੱਖਿਓ ਨੇ, ਦੂਜੇ ਦਿਨ ਰਾਣੀ ਚੰਦ ਕੌਰ ਆਈ। ਖੜਕ ਸਿੰਘ
ਦਾ ਮੂਲ ਦਰੇਗ ਨਾਹੀਂ। ਕੌਰ ਸਾਹਿਬ ਤਾਈਂ ਉੱਥੇ ਰੋਣ ਆਈ। ਹੁਣ ਮੋਇਆ ਤੇ ਕਰੋ ਸੰਸਕਾਰ ਇਸਦਾ, ਭਲਾ ਤੁਸਾਂ ਕਿਉਂ ਇਤਨੀ ਦੇਰ ਲਾਈ। ਸ਼ਾਹ ਮੁਹੰਮਦਾ ਰੋਂਦੀ ਹੈ ਚੰਦ ਕੌਰਾਂ, ਜਿਸਦਾ ਮੋਇਆ ਪੁੱਤਰ ਸੋਹਣਾ ਸ਼ੇਰ ਸਾਈਂ। ਮ੍ਰਿਤਕ ਕੰਵਰ ਨੌਨਿਹਾਲ ਸਿੰਘ ਦੀ ਲਾਸ਼ ਨੂੰ 8 ਪਹਿਰ ਲੁਕਾ ਕੇ ਰੱਖਿਆ ਗਿਆ ਤੇ ਦੂਜੇ ਦਿਨ ਉਸ ਦੀ ਮਾਤਾ ਚੰਦ ਕੌਰ ਉੱਥੇ ਪਹੁੰਚੀ। ਉਸ ਨੂੰ ਆਪਣੇ ਪਤੀ ਮਹਾਰਾਜਾ ਖੜਕ ਸਿੰਘ ਦੇ ਮਰਨ ਦਾ ਕੋਈ ਦੁੱਖ ਨਹੀਂ ਸੀ। ਉਹ ਤਾਂ ਕੇਵਲ ਆਪਣੇ ਪੁੱਤਰ ਨੂੰ ਰੋਣ ਆਈ ਸੀ। ਉਹ ਆਖ ਰਹੀ ਸੀ ਕਿ ਜੇਕਰ ਹੁਣ ਇਹ ਮਾਰਿਆ ਗਿਆ ਤਾਂ ਇਸ ਦਾ ਸੰਸਕਾਰ ਕਰ ਦਿਓ। ਭਲਾ ਤੁਸੀਂ ਇਸ ਕੰਮ ਵਿੱਚ ਕਿਉਂ ਦੇਰ ਲਾ ਰਹੇ ਹੋ। ਕਵੀ ਕਹਿੰਦਾ ਹੈ ਕਿ ਚੰਦ ਕੌਰ ਰੋ ਰਹੀ ਸੀ, ਜਿਸ ਦਾ ਸੋਹਣਾ ਸ਼ੇਰ ਵਰਗਾ ਜਵਾਨ ਪੁੱਤਰ ਮਾਰਿਆ ਗਿਆ ਸੀ। ਦਿੱਤੇ ਸੰਤਰੀ 4 ਖਲਾਰ ਚੋਰੀ, ਸ਼ੇਰ ਸਿੰਘ ਅੱਜ ਅੰਦਰ ਆਵਣਾ ਜੇ। ਤੁਰਤ ਫੂਕ ਦਿਓ ਤੁਸੀਂ ਕਰਾਬੀਨਾ, ਇੱਕ ਘੜੀ ਵਿੱਚ ਮਾਰ ਮੁਕਾਵਣਾ ਜੇ। ਸ਼ੇਰ ਸਿੰਘ ਨੂੰ ਰਾਜੇ ਨੇ ਖਬਰ ਦਿੱਤੀ, ਅੰਦਰ ਅਜੇ ਜ਼ਰੂਰ ਨਹੀਂ ਆਵਣਾ ਜੇ। ਸ਼ਾਹ ਮੁਹੰਮਦਾ ਅਜੇ ਨਹੀਂ ਜ਼ੋਰ ਤੇਰਾ, ਤੈਨੂੰ ਅਸਾਂ ਹੀ ਅੰਤ ਸਧਾਵਣਾ ਜੇ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਸ਼ੇਰ ਸਿੰਘ ਦੇ ਆਉਣ ਦੀ ਖਬਰ ਪਾ ਕੇ ਰਾਣੀ ਚੰਦ ਕੌਰ ਨੇ ਕਿਲੇ ਦੇ ਬਾਹਰ 4 ਸੰਤਰੀ ਖੜੇ ਕਰ ਦਿੱਤੇ ਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਅੱਜ ਸ਼ੇਰ ਸਿੰਘ ਨੇ ਅੰਦਰ ਆਉਣਾ ਹੈ, ਤੁਸੀਂ ਕਰਾਬੀਨਾ ਚਲਾ ਕੇ ਉਸ ਨੂੰ ਇੱਕ ਪਲ ਦੇ ਵਿੱਚ ਮਾਰ ਦਿਓ। ਕਰਾਬੀਨ ਕੀ ਹੁੰਦਾ ਬੱਚੋ, ਇੱਕ ਹਥਿਆਰ ਨੂੰ ਕਿਹਾ ਗਿਆ। ਪਰ ਦੂਜੇ ਪਾਸੇ ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਨੇ ਰਾਜਾ ਸ਼ੇਰ ਸਿੰਘ ਨੂੰ ਸੁਨੇਹਾ ਭੇਜਿਆ ਕਿ ਉਹ ਅੱਜ ਕਿਲੇ ਦੇ ਅੰਦਰ ਨਾ ਆਵੇ, ਕਿਉਂਕਿ ਉਸ ਦਾ ਹਾਲੇ ਇੱਥੇ ਜ਼ੋਰ ਨਹੀਂ। ਉਹਨਾਂ ਕੋਸ਼ਿਸ਼ ਕਰਕੇ ਅੰਤ ਉਸ ਨੂੰ ਹੀ ਬੁਲਾ ਲੈਣਾ ਹੈ, ਪਰ ਅਜੇ ਉਹ ਵਾਪਸ ਮੁੜ ਜਾਵੇ। ਚੰਦ ਕੌਰਾਂ ਦੀ ਮੰਦੀ ਜੋ ਨਜ਼ਰ ਦੇਖੀ, ਦਗੇਬਾਜ਼ੀਆਂ ਹੋਰ ਬਥੇਰੀਆਂ ਨੀ। ਉਸਨੇ ਤੁਰਤ ਲਾਹੌਰ ਥੀ ਕੂਚ ਕੀਤਾ, ਬੈਠਾ ਜਾਇਕੇ ਵਿੱਚ ਮੁਕੇਰੀਆਂ ਨੀ। ਪਿੱਛੇ ਤਖਤ ਬੈਠੀ ਰਾਣੀ ਚੰਦ ਕੌਰਾਂ, ਦਿੰਦੇ ਆਣ ਮੁਸਾਹਿਬ ਦਲੇਰੀਆਂ ਨੀ। ਸ਼ਾਹ ਮੁਹੰਮਦਾ ਕੌਰ ਨਾ ਜੰਮਣਾ ਏ, ਕਿਲੇ ਕੋਟ ਤੇ ਰਹਿਤਾਂ ਤੇਰੀਆਂ ਨੀ। ਸ਼ੇਰ ਸਿੰਘ ਨੇ ਜਦੋਂ ਚੰਦ ਕੌਰ ਦੇ ਬੁਰੇ ਇਰਾਦਿਆਂ ਤੇ ਤਰ੍ਹਾਂ ਤਰ੍ਹਾਂ ਦੀਆਂ ਧੋਖੇਬਾਜ਼ੀਆਂ ਨੂੰ ਅਨੁਭਵ ਕੀਤਾ ਤਾਂ ਉਹ ਝੱਟ ਲਾਹੌਰ ਤੋਂ ਕੂਚ ਕਰਕੇ ਮੁਕੇਰੀਆਂ ਪਹੁੰਚ ਗਿਆ। ਪਿੱਛੋਂ ਰਾਣੀ ਚੰਦ ਕੌਰ ਨੇ ਰਾਜਗੱਦੀ ਉੱਤੇ ਆਪਣਾ ਆਸਣ ਲਾ ਲਿਆ, ਮਤਲਬ ਰਾਜਗੱਦੀ 'ਤੇ ਉਹ ਬੈਠ ਗਈ ਤੇ ਅਮੀਰ ਵਜ਼ੀਰ ਉਸ ਨੂੰ ਹੌਸਲਾ ਦੇ ਰਹੇ ਸਨ ਕਿ ਕੰਵਰ ਨੌਨਿਹਾਲ ਸਿੰਘ ਵਰਗਾ ਹੁਣ ਕੋਈ ਨਹੀਂ ਪੈਦਾ ਹੋਣਾ, ਇਸ ਕਰਕੇ ਹੁਣ ਕਿਲੇ 'ਤੇ ਪਰਜਾ, ਗੱਲ ਕਿ ਸਭ ਕੁਝ ਉਸ ਦਾ ਹੀ ਹੈ। ਠੀਕ ਹੈ ਬੱਚੋ। ਸੋ ਇਹ ਦੇਖੋ ਕਿੰਨਾ ਸੋਹਣਾ ਲਿਖਿਆ, ਬਹੁਤ ਸੋਹਣੀ ਭਾਸ਼ਾ 'ਚ ਬੱਚੋ ਲਿਖਦੇ ਨੇ, ਬਹੁਤ ਸੁੰਦਰ। ਪੜ੍ਹਿਆ ਕਰੋ, ਆਪਣਾ ਪੰਜਾਬੀ ਵਿਰਸਾ, ਪੰਜਾਬੀ ਸੱਭਿਆਚਾਰ ਬਹੁਤ ਅਮੀਰ ਆ ਬੱਚੋ। ਅਤੇ ਕੇਂਦਰੀ ਭਾਵ ਆਪਾਂ ਕਿੱਦਾਂ ਲਿਖਾਂਗੇ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਹੁਤ ਸ਼ਕਤੀਸ਼ਾਲੀ ਸੀ। ਉਸ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਖੜਕ ਸਿੰਘ ਰਾਜਗੱਦੀ ਉੱਤੇ ਬੈਠਾ ਅਤੇ ਰਾਜ ਦਰਬਾਰ ਵਿੱਚ ਬੁਰਛਾਗਰਦੀ ਸ਼ੁਰੂ ਹੋ ਗਈ, ਲੜਾਈਆਂ ਸ਼ੁਰੂ ਹੋ ਗਈਆਂ। 1 ਸਾਲ ਮਗਰੋਂ ਮਹਾਰਾਜਾ ਖੜਕ ਸਿੰਘ ਅਤੇ ਉਸਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਦੀ ਮੌਤ ਹੋ ਗਈ। ਉਹਨਾਂ ਦੀ ਮੌਤ ਤੋਂ ਮਗਰੋਂ ਰਾਜਾ ਖੜਕ ਸਿੰਘ ਦੀ ਪਤਨੀ ਰਾਣੀ ਚੰਦ ਕੌਰ ਨੇ ਰਾਜ ਸੰਭਾਲਿਆ। ਮਗਰੋਂ ਉਸ ਤੋਂ ਸ਼ੇਰ ਸਿੰਘ ਨੇ ਰਾਜਗੱਦੀ ਖੋਹ ਲਈ ਸੀ ਬੱਚੋ। ਠੀਕ ਹੈ ਨਾ, ਇਹ ਸਾਰਾ ਕੁਛ ਇਸ ਦੇ ਵਿੱਚ ਦੱਸਿਆ ਗਿਆ ਹੈ। ਠੀਕ ਹੈ ਨਾ, ਵੀ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਮਗਰੋਂ ਸਿੱਖ ਦਰਬਾਰ ਵਿੱਚ ਲੜਾਈਆਂ ਸ਼ੁਰੂ ਹੋ ਗਈਆਂ। ਮਹਾਰਾਜਿਆਂ, ਰਾਜਕੁਮਾਰਾਂ, ਵਜ਼ੀਰਾਂ ਅਤੇ ਸਰਦਾਰਾਂ ਦੇ ਵਾਰੀ-ਵਾਰੀ ਕਤਲ ਹੋਣ ਲੱਗ ਗਏ। ਸਿੱਖਾਂ ਅਤੇ ਅੰਗਰੇਜ਼ਾਂ ਵਿੱਚ ਹੋਈਆਂ ਭਿਆਨਕ ਲੜਾਈਆਂ ਦਾ ਜ਼ਿਕਰ ਹੈ। ਠੀਕ ਹੈ, ਜਿਸ ਦੇ ਸਿੱਟੇ ਵਜੋਂ ਫੌਜਾਂ ਦੀ ਬਹਾਦਰੀ ਨਾਲ ਜਿਹੜੀ ਲੜਾਈ ਹੋਈ ਸੀ, ਉਸ ਦੇ ਬਾਵਜੂਦ ਵੀ ਸਰਦਾਰਾਂ ਦੀ ਗਦਾਰੀ ਦੇ ਕਾਰਨ ਅੰਗਰੇਜ਼ਾਂ ਦਾ ਉੱਥੇ ਰਾਜ ਹੋ ਗਿਆ ਸੀ ਬੱਚੋ। ਠੀਕ ਹੈ, ਅਤੇ ਜਿਹੜੀਆਂ ਮੈਂ ਸਤਰਾਂ ਦੀ ਵਿਆਖਿਆ ਤੁਹਾਨੂੰ ਦੱਸੀ ਆ, ਉਹ ਵੀ ਤੁਸੀਂ ਕੇਂਦਰੀ ਭਾਵ ਦੇ ਵਿੱਚ ਲਿਖ ਸਕਦੇ ਹੋ। ਵੈਸੇ ਤਾਂ ਕੇਂਦਰੀ ਭਾਵ ਤਾਂ ਇਹੀ ਹੈ ਇਸਦਾ, ਪਰ ਫਿਰ ਵੀ ਜਿਵੇਂ ਆਪਾਂ ਪੇਪਰਾਂ ਲਈ ਗੱਲ ਕਰੀਏ ਤਾਂ ਤੁਸੀਂ ਲਿਖ ਸਕਦੇ ਹੋ। ਅਤੇ ਹੁਣ ਆਪਾਂ ਪ੍ਰਸ਼ਨ ਉੱਤਰ ਕਰਦੇ ਹਾਂ ਬੱਚੋ। ਸ਼ਾਹ ਮੁਹੰਮਦ ਕਿਸ ਕਾਵਿਧਾਰਾ ਦਾ ਕਵੀ ਹੈ? ਬੀਰ ਕਾਵਿਧਾਰਾ ਦਾ। ਠੀਕ ਹੈ, ਤਾਂ ਸ਼ਾਹ ਮੁਹੰਮਦ ਜੀ ਦੀ ਕਿਹੜੀ ਪ੍ਰਸਿੱਧ ਰਚਨਾ ਹੈ? ਜੰਗਨਾਮਾ ਸ਼ਾਹ ਮੁਹੰਮਦ, ਜੰਗਨਾਮਾ ਸਿੰਘਾਂ ਅਤੇ ਫਰੰਗੀਆਂ। ਸ਼ਾਹ ਮੁਹੰਮਦ ਦੀ ਰਚਨਾ ਵਾਰ ਹੈ ਜਾਂ ਜੰਗਨਾਮਾ ਜਾਂ ਕਿੱਸਾ? ਜੰਗਨਾਮਾ। ਅਤੇ ਜੰਗਨਾਮਾ ਸਿੰਘਾਂ ਅਤੇ ਫਰੰਗੀਆਂ, ਜੰਗਨਾਮਾ ਸਿੰਘਾਂ ਅਤੇ ਅੰਗਰੇਜ਼ਾਂ ਦੀ ਲੜਾਈ ਦਾ ਲੇਖਕ ਕਵੀ ਕੌਣ ਹੈ? ਸ਼ਾਹ ਮੁਹੰਮਦ। ਸ਼ਾਹ ਮੁਹੰਮਦ ਦੇ ਜੰਗਨਾਮੇ ਵਿੱਚ ਮੁੱਖ
ਰੂਪ ਵਿੱਚ ਕਿੰਨਾਂ ਧਿਰਾਂ ਦੀ ਲੜਾਈ ਦਾ ਜ਼ਿਕਰ ਹੈ? ਸਿੱਖ ਫੌਜਾਂ ਤੇ ਅੰਗਰੇਜ਼ਾਂ ਦੀ। ਜੰਗਨਾਮਾ ਸ਼ਾਹ ਮੁਹੰਮਦ ਕਿਸ ਛੰਦ ਵਿੱਚ ਲਿਖਿਆ ਗਿਆ ਹੈ? ਚਾਰ ਤੁਕੇ ਬੈਂਤ ਛੰਦ ਵਿੱਚ। ਅੰਗਰੇਜ਼ਾਂ ਤੇ ਸਿੰਘਾਂ ਦੀ ਲੜਾਈ ਦਾ ਵਰਣਨ ਕਿਸ ਕਵੀ ਨੇ ਕੀਤਾ ਹੈ? ਸ਼ਾਹ ਮੁਹੰਮਦ ਨੇ। ਉਹ ਕਿਹੜਾ ਕਵੀ ਹੈ ਜਿਸ ਨੇ ਸਭ ਤੋਂ ਪਹਿਲਾਂ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਆਪਣੇ ਕਿੱਸੇ ਵਿੱਚ ਕੀਤੀ ਸੀ? ਸ਼ਾਹ ਮੁਹੰਮਦ ਦੀ। ਕਿਹੜੇ ਕਵੀ ਨੂੰ ਪੰਜਾਬੀ ਦਾ ਕੌਮੀ ਕਵੀ ਕਿਹਾ ਜਾਂਦਾ ਹੈ? ਸ਼ਾਹ ਮੁਹੰਮਦ ਨੂੰ। ਸ਼ਾਹ ਮੁਹੰਮਦ ਆਪਣੇ ਜੰਗਨਾਮੇ ਦਾ ਆਰੰਭ ਕਿਸ ਦੀ ਉਸਤਤ ਨਾਲ ਕਰਦਾ ਹੈ? ਰੱਬ ਦੀ ਉਸਤਤ ਨਾਲ। ਰੱਬ ਨੇ ਦੁਨੀਆ ਦੇ ਕਿੰਨੇ ਤਬਕ ਬਣਾਏ ਹਨ? 14। ਸ਼ਾਹ ਮੁਹੰਮਦ ਅਨੁਸਾਰ ਬਾਦਸ਼ਾਹਾਂ ਤੋਂ ਭੀਖ ਕੌਣ ਮੰਗਵਾਉਂਦਾ ਹੈ? ਰੱਬ। ਰੱਬ ਦੀ ਮਰਜ਼ੀ ਹੁੰਦੀ ਹੈ। ਸ਼ਾਹ ਮੁਹੰਮਦ ਉਸ ਤੋਂ ਸਦਾ ਡਰੀਏ। ਤੁਕ ਉਸ ਤੋਂ ਕੀ ਭਾਵ ਹੈ? ਰੱਬ ਤੋਂ। ਇੱਥੇ ਆਇਆਂ ਨੂੰ ਦੁਨੀਆ ਮੋਹ ਲੈਂਦੀ ਵਾਲੇ ਕਾਵਿ-ਬੰਦ ਵਿੱਚ ਕਵੀ ਦੁਨੀਆ ਬਾਰੇ ਕੀ ਕਹਿੰਦਾ ਹੈ ਕਿ ਬਦਲਣਸ਼ੀਲ ਤੇ ਨਾਸ਼ਮਾਨ ਹੈ, ਦੁਨੀਆ ਮੋਹ ਲੈਂਦੀ ਹੈ। ਸ਼ਾਹ ਮੁਹੰਮਦ ਦਾ ਪਿੰਡ ਕਿਹੜਾ ਹੈ? ਵਡਾਲਾ ਵੀਰਮ, ਅੰਮ੍ਰਿਤਸਰ ਦੇ ਵਿੱਚ। ਸ਼ਾਹ ਮੁਹੰਮਦ ਦਾ ਕਿੰਨਾ ਮਿੱਤਰਾਂ ਨਾਲ ਬੈਠਣ ਉੱਠਣ ਸੀ? ਹੀਰੇ ਤੇ ਨੂਰ ਖਾਨ ਨਾਲ। ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰ ਦੋਹਾਂ ਦੇ ਉੱਤੇ ਆਫਤ ਆਈ। ਤੁਕ ਵਿੱਚ ਆਫਤ ਕਿਸ ਨੂੰ ਕਿਹਾ ਗਿਆ? ਅੰਗਰੇਜ਼ਾਂ ਨੂੰ। ਸ਼ਾਹ ਮੁਹੰਮਦਾਂ ਵਿੱਚ ਪੰਜਾਬ ਤੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਆਈ। ਤੀਸਰੀ ਜਾਤ ਕਿਸ ਨੂੰ ਕਿਹਾ ਗਿਆ ਬੱਚੋ? ਅੰਗਰੇਜ਼ ਨੂੰ। ਤੇ ਸ਼ਾਹ ਮੁਹੰਮਦ ਤੀਸਰੀ ਜਾਤ ਅੰਗਰੇਜ਼ਾਂ ਨੂੰ ਕਿਹਾ ਗਿਆ। ਇਹ ਜੱਗ ਸੁਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ। ਤਾਂ ਇਸ ਤੁਕ ਦਾ ਸੁਰ ਕਿਹੋ ਜਿਹਾ? ਨਿਰਾਸ਼ਾਵਾਦੀ ਵੀ ਸਾਰੇ ਚਲੇ ਗਏ। ਆਪਣੇ ਜੰਗਨਾਮੇ ਤੋਂ ਸ਼ਾਹ ਮੁਹੰਮਦ ਕਿਹੋ ਜਿਹਾ ਕਵੀ ਜਾਪਦਾ ਹੈ? ਦੇਸ਼ ਭਗਤ। ਜੰਗਨਾਮਾ ਸ਼ਾਹ ਮੁਹੰਮਦ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ ਕਿੰਨੇ ਸਾਲ ਰਾਜ ਕੀਤਾ? 50 ਸਾਲ। ਜੰਗਨਾਮਾ ਸ਼ਾਹ ਮੁਹੰਮਦ ਵਿੱਚ ਸਰਕਾਰ ਸ਼ਬਦ ਕਿਸ ਲਈ ਵਰਤਿਆ ਗਿਆ? ਮਹਾਰਾਜਾ ਰਣਜੀਤ ਸਿੰਘ ਲਈ। ਸ਼ਾਹ ਮੁਹੰਮਦ ਕਿਸ ਮਹਾਰਾਜੇ ਦੇ ਰਾਜ ਦੀ ਪ੍ਰਸ਼ੰਸਾ ਕਰਦਾ ਹੈ? ਮਹਾਰਾਜਾ ਰਣਜੀਤ ਸਿੰਘ ਦੇ। ਚੇਤ ਸਿੰਘ ਦੇ ਮਰਨ ਤੇ ਕੌਣ ਦੁਖੀ ਹੋਇਆ? ਮਹਾਰਾਜਾ ਖੜਕ ਸਿੰਘ। ਸ਼ਾਹ ਮੁਹੰਮਦ ਨੇ ਕੌਰ ਸ਼ਬਦ ਕਿਸ ਲਈ ਵਰਤਿਆ? ਕੰਵਰ ਨੌਨਿਹਾਲ ਸਿੰਘ ਲਈ। ਚੰਦ ਕੌਰ ਕੌਣ ਸੀ? ਮਹਾਰਾਜਾ ਖੜਕ ਸਿੰਘ ਦੀ ਪਤਨੀ ਤੇ ਕੰਵਰ ਨੌਨਿਹਾਲ ਸਿੰਘ ਦੀ ਮਾਂ। ਜੰਗਨਾਮਾ ਸ਼ਾਹ ਮੁਹੰਮਦ ਦੇ ਵਿੱਚ ਸ਼ੇਰ ਸਿੰਘ ਕੌਣ ਸੀ? ਮਹਾਰਾਜਾ ਰਣਜੀਤ ਸਿੰਘ ਦਾ ਸਪੁੱਤਰ। ਸ਼ੇਰ ਸਿੰਘ ਨੂੰ ਰਾਜੇ ਨੇ ਖਬਰ ਦਿੱਤੀ। ਕਾਵਿ ਸਤਰ ਵਿੱਚ ਰਾਜਾ ਸ਼ਬਦ ਕਿਸ ਨੂੰ ਹੈ? ਰਾਜਾ ਧਿਆਨ ਸਿੰਘ ਲਈ। ਰਾਣੀ ਚੰਦ ਕੌਰ ਕਿਸ ਦੀ ਮੌਤ ਉੱਤੇ ਰੋ ਰਹੀ ਸੀ? ਕੰਵਰ ਨੌਨਿਹਾਲ ਸਿੰਘ ਦੇ। ਠੀਕ ਹੈ ਨਾ। ਉਸ ਤੋਂ ਬਾਅਦ ਸ਼ਾਹ ਮੁਹੰਮਦ ਵੀਰ ਕਾਵਿਧਾਰਾ ਦਾ ਕਵੀ ਹੈ। ਠੀਕ ਹੈ ਗਲਤ? ਠੀਕ। ਸ਼ਾਹ ਮੁਹੰਮਦ ਅੰਗਰੇਜ਼ ਭਗਤ ਕਵੀ ਸੀ? ਨਹੀਂ, ਉਹ ਆਪਣੇ ਸਿੱਖ ਤੇ ਮਹਾਰਾਜਾ ਰਣਜੀਤ ਸਿੰਘ ਭਗਤ ਕਵੀ ਸੀ। ਰਾਣੀ ਚੰਦ ਕੌਰ ਨੂੰ ਰਾਜਗੱਦੀ ਕਿਵੇਂ ਮਿਲੀ? ਆਪਣੇ ਪਤੀ ਮਹਾਰਾਜਾ ਖੜਕ ਸਿੰਘ ਅਤੇ ਪੁੱਤਰ ਕੰਵਰ ਨੌਨਿਹਾਲ ਸਿੰਘ ਦੀ ਮੌਤ ਤੋਂ ਮਗਰੋਂ। ਸੋ ਬੱਚਿਓ, ਇਹ ਸੀ ਵੀਰ ਕਾਵਿ ਦੇ ਤਹਿਤ ਸ਼ਾਹ ਮੁਹੰਮਦ ਜੀ ਦੀ ਰਚਨਾ। ਬੱਚਿਓ ਬਹੁਤ ਸੋਹਣਾ ਲਿਖਦੇ ਨੇ, ਪੜ੍ਹਿਆ ਕਰੋ। ਠੀਕ ਹੈ ਨਾ। ਮੈਨੂੰ ਉਮੀਦ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।